सत्कारयोग गुरु रूप गुरु प्यारी गुरु खालसा साध संगत जी। आओ सब तो पहला शहीद पिता दे पुत्र शहीद पुत्रां दे पिता सरबंस दानी साहिबे कमाल धन गुरु गोबिंद सिंह महाराज जियां वल्लों बख्शिश कीती होई फतेह बुलाइए। कोई भी रसना वांझी ना रहे। सारी संगत गज के आखो जी वाहिगुरु जी का खालसा वाहिगुरु जी की फतेह। सतगुरु जियां ने अपार रहमत कीती है, अपार बख्शिश कीती है। सानू सतसंग दियां वडमुलियां घड़ियां बख्शिश कीतियां हन। जिवें आप समूह संगतां नू पता ही है, हर रोज़ की तरह जो धन गुरु ग्रंथ साहिब महाराज जियां ने अपार रहमत कीती हुई है। शहीदां दे सरताज शांति दे पुंज सतगुरु धन धन साहिब श्री गुरु अर्जन देव महाराज जियां वल्लों उचारण कीती हुई बाणी श्री सुखमनी साहिब जियां दी आपां लड़ीवार विचार आरंभ कीती हुई है। कल आप जियां ने पंजवीं अष्टपदी दे 4 पदियां दी विचार सरवण कीती। आओ जिथों आपां कल विचार समाप्त कीती सी, जिथों कल बाणी दे नालों आपां टुटे सां, आओ उत्थों अज फिर अगे विचार आरंभ करिए। अज पंजवीं अष्टपदी दे 5वें पदे दी विचार आपां आरंभ करन लगे हां। मिथ्या श्रवण पर निंदा सुन है, मिथ्या हस्त पर दर्व को हिर है। महाराज कहते है भाई मनुख दे कंन व्यर्थ हन जे ओ पराई निंदिया सुनदा है। सुने तो भाव है सुनदा, श्रवण तो भाव है कंन। महाराज कहते ओ मनुख दे कंन व्यर्थ हन, ओ किसे लेखे विच नहीं हन। ਜਿਹੜਾ ਮਨੁੱਖ ਆਪਣੇ ਕੰਨਾਂ ਦੇ ਨਾਲ ਪਰਾਈ ਨਿੰਦਿਆ ਸੁਣਦਾ ਹੈ। ਮਿਥਿਆ ਹਸਤ ਪਰ ਦਰਬ ਕੋ ਹਿਰ ਹੈ। ਹਸਤ ਤੋਂ ਭਾਵ ਹੈ ਹੱਥ। ਮਹਾਰਾਜ ਕਹਿੰਦੇ ਉਹ ਹੱਥ ਵੀ ਵਿਅਰਥ ਹਨ। ਉਹ ਹੱਥਾਂ ਦਾ ਵੀ ਕੋਈ ਅਰਥ ਨਹੀਂ ਹੈ ਜਿਹੜੇ ਹੱਥ ਪਰਾਏ ਧਨ ਨੂੰ ਚੁਰਾਉਂਦੇ ਹਨ। ਜਿਹੜੇ ਕਿਸੇ ਦੇ ਧਨ ਤੇ ਅੱਖ ਰੱਖਦੇ ਹਨ ਉਹ ਹੱਥ ਵੀ ਵਿਅਰਥ ਹਨ। ਮਿਥਿਆ ਨੇਤਰ ਪੇਖਤ ਪਰ ਤ੍ਰਿਆ ਰੁਪਾਦ, ਮਿਥਿਆ ਰਸਨਾ ਭੋਜਨ ਅੰਨ ਸਵਾਦ। ਮਹਾਰਾਜ ਕਹਿੰਦੇ ਉਹ ਅੱਖਾਂ ਵੀ ਵਿਅਰਥ ਹਨ। ਨੇਤਰ ਤੋਂ ਭਾਵ ਹੈ ਅੱਖਾਂ, ਕਿਹੜੀਆਂ ਜੋ ਪਰਾਈ ਇਸਤਰੀ ਦਾ ਰੂਪ ਤੱਕਦੀਆਂ ਹਨ। ਜਿਹੜੀਆਂ ਕਿਸੇ ਪਰਾਈ ਇਸਤਰੀ ਦਾ ਰੂਪ ਤੱਕਦੀਆਂ ਹਨ ਉਹ ਅੱਖਾਂ ਵੀ ਵਿਅਰਥ ਹਨ। ਉਹ ਅੱਖਾਂ ਦਾ ਵੀ ਕੋਈ ਲਾਭ ਨਹੀਂ ਹੈ। ਮਿਥਿਆ ਰਸਨਾ ਭੋਜਨ ਸਵਾਦ, ਰਸਨਾ ਤੋਂ ਭਾਵ ਹੈ ਜੀਵ। ਮਹਾਰਾਜ ਕਹਿੰਦੇ ਉਹ ਜੀਵ ਵੀ ਵਿਅਰਥ ਹੈ। ਉਹ ਜੀਵ ਦਾ ਵੀ ਕੋਈ ਲਾਭ ਨਹੀਂ ਹੈ। ਕਿਹੜੀ ਜੀਵ? ਜਿਹੜੀ ਜੀਵ ਉਹ ਖਾਣਾ ਖਾਂਦੀ ਹੈ ਜਿਹੜਾ ਖਾਣਾ ਇਹਨੂੰ ਖਾਣ ਵਾਸਤੇ ਮਾਲਕ ਨੇ ਇਜਾਜ਼ਤ ਨਹੀਂ ਦਿੱਤੀ। ਅੰਨ ਸਵਾਦ ਹੋਰ ਸਵਾਦਾਂ ਵਿੱਚ ਲੱਗੀ ਹੋਈ ਹੈ। ਇਹਨੂੰ ਪਰਮਾਤਮਾ ਦਾ ਨਾਮ ਮਿੱਠਾ ਨਹੀਂ ਲੱਗਦਾ, ਇਹਨੂੰ ਹੋਰ ਚੀਜ਼ਾਂ ਮਿੱਠੀਆਂ ਲੱਗਦੀਆਂ। ਜਿਵੇਂ ਬਾਣੀ ਵਿੱਚ ਮਹਾਰਾਜ ਨੇ ਆਖਿਆ ਵੀ ਨੇਤਰ ਵੀ ਉਹ ਧਨ ਹੈ, ਨਹੀਂ ਤਾਂ ਨੇਤਰਾਂ ਦਾ ਵੀ ਕੋਈ ਲਾਭ ਨਹੀਂ। ਉਹੀ ਰਸਨਾ ਧਨ ਹੈ ਜਿਹੜੀ ਵਾਹਿਗੁਰੂ ਨੂੰ ਯਾਦ ਕਰਦੀ ਹੈ, ਨਹੀਂ ਤਾਂ ਇਹ ਰਸਨਾ ਤੋਂ ਵੀ ਕੀ ਲੈਣਾ। ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀਐ। ਮਹਾਰਾਜ ਕਹਿੰਦੇ ਜਿਹੜੀ ਰਸਨਾ ਵਾਹਿਗੁਰੂ ਜੀ ਦਾ ਨਾਮ ਨਹੀਂ ਜਪਦੀ ਉਹ ਰਸਨਾ ਨੂੰ ਤਾਂ ਤਿਲ ਤਿਲ ਕਰਕੇ ਛੋਟੀ ਛੋਟੀ ਕਰਕੇ ਕੱਟ ਦਿਓ, ਉਹਦਾ ਕੋਈ ਲਾਭ ਨਹੀਂ ਹੈ। ਮਹਾਰਾਜ ਜੇ ਮੇਰੀ ਰਸਨਾ ਤੁਹਾਡਾ ਨਾਮ ਨਹੀਂ ਜਪਦੀ ਇਹ ਮੈਨੂੰ ਰਸਨਾ ਨਹੀਂ ਚਾਹੀਦੀ। ਅਸਲ ਵਿੱਚ ਅੱਖਾਂ ਦਾ ਕੀ ਕਾਰਨ ਹੈ? ਮਹਾਰਾਜ ਨੇ ਸਾਨੂੰ ਅੱਖਾਂ ਕਿਉਂ ਦਿੱਤੀਆਂ? ਇਹ ਅੱਖਾਂ ਦਿੱਤੀਆਂ ਵੀ ਤੂੰ ਇਹ ਸੰਸਾਰ ਵਿੱਚ ਚੰਗਾ ਦੇਖ। ਇਹ ਅੱਖਾਂ ਦੇ ਨਾਲ ਆਪਣੇ ਗੁਰੂ ਸਾਹਿਬ ਦੇ ਦਰਸ਼ਨ ਕਰ।
ਇਹ ਅੱਖਾਂ ਦੇ ਨਾਲ ਪੂਰੇ ਸੰਸਾਰ ਨੂੰ ਇਉਂ ਸਮਝ ਬਈ ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇਹ ਪੂਰਾ ਸੰਸਾਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਘਰ ਹੈ। ਜਿਹਨੂੰ ਵੀ ਦੇਖੇ ਉਹਦੇ ਵਿੱਚੋਂ ਤੈਨੂੰ ਪਰਮਾਤਮਾ ਹੀ ਦਿਖੇ, ਉਹ ਅਕਾਲ ਪੁਰਖ ਵਾਹਿਗੁਰੂ ਜੀ ਹੀ ਦਿਖਣ। ਇਹ ਜੀਭਾ ਦਾ ਕੀ ਕਾਰਨ ਹੈ? ਸਾਨੂੰ ਜੀਭ ਕਿਉਂ ਦਿੱਤੀ ਹੈ? ਇਹ ਜੀਭ ਨਾਲ ਕਿਸੇ ਦੀ ਨਿੰਦਿਆ ਨਹੀਂ ਕਰਨੀ, ਇਹ ਜੀਭ ਨਾਲ ਕਿਸੇ ਨੂੰ ਮਾੜਾ ਨਹੀਂ ਬੋਲਣਾ। ਇਹ ਜੀਭ ਤਾਂ ਦਿੱਤੀ ਹੈ, ਇਹ ਜੀਭ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣ ਗਾ। ਮਿਥਿਆ ਚਰਨ ਪਰ ਵਿਕਾਰ ਕੋ ਧਾਵਹਿ, ਮਿਥਿਆ ਮਨ ਪਰ ਲੋਭ ਲੁਭਾਵਹਿ। ਮਹਾਰਾਜ ਕਹਿੰਦੇ ਆ ਤੇਰੇ ਪੈਰ ਵੀ ਵਿਅਰਥ ਹਨ। ਜੇ ਇਹ ਪੈਰ ਕਿਸੇ ਦਾ ਨੁਕਸਾਨ ਕਰਨ ਵੱਲ ਦੌੜਦੇ ਹਨ, ਕਿਸੇ ਦਾ ਨੁਕਸਾਨ ਕਰਦੇ ਹਨ, ਇਹ ਚਰਨ ਵੀ ਇਹ ਚਰਨਾਂ ਦਾ ਵੀ ਕੋਈ ਲਾਭ ਨਹੀਂ ਹੈ। ਮਿਥਿਆ ਚਰਨ ਪਰ ਵਿਕਾਰ ਕੋ ਧਾਵੈ, ਜੇ ਕਿਸੇ ਦਾ ਨੁਕਸਾਨ ਕਰਨ ਵੱਲ ਦੌੜਦੇ ਹਨ, ਤੇਰੇ ਚਰਨ ਵੀ ਵਿਅਰਥ ਹਨ। ਮਿਥਿਆ ਮਨ ਪਰ ਲੋਭ ਲੁਭਾਵੈ। ਮਹਾਰਾਜ ਕਹਿੰਦੇ ਇਹ ਮੇਰਿਆ ਮਨਾ, ਤੂੰ ਵੀ ਵਿਅਰਥ ਹੈ ਜੇ ਤੂੰ ਪਰਾਏ ਧਨ ਦਾ ਲੋਭ ਕਰਦਾ ਹੈ। ਜੇ ਤੂੰ ਪਰਾਏ ਧਨ ਦਾ ਲੋਭ ਕਰਦਾ ਹੈ, ਤੂੰ ਵੀ ਮਨਾ ਵਿਅਰਥ ਹੈ। ਜੇ ਤੇਰੇ ਮਨ ਵਿੱਚ ਇਹ ਆਉਂਦਾ ਹੈ ਵੀ ਜਿਵੇਂ ਫਲਾਣੇ ਕੋ ਧਨ ਹੈ, ਇਹ ਸਾਰਾ ਹੀ ਧਨ ਮੇਰੇ ਕੋਲ ਆ ਜਾਏ, ਜਾਂ ਕੋਈ ਹੋਰ ਚੀਜ਼ ਤੇ ਲੋਭ ਕਰਦਾ ਹੈ, ਜੇ ਤੇਰੇ ਮਨ ਵਿੱਚ ਲੋਭ ਹੈ ਤਾਂ ਮਨਾ ਤੂੰ ਵੀ ਵਿਅਰਥ ਹੈ, ਤੇਰਾ ਵੀ ਕੋਈ ਲਾਭ ਨਹੀਂ। ਮਿਥਿਆ ਤਨ ਨਹੀਂ ਪਰ ਉਪਕਾਰਾ, ਮਿਥਿਆ ਵਾਸ ਲੇਤ ਵਿਕਾਰਾ। ਮਹਾਰਾਜ ਕਹਿੰਦੇ ਉਹ ਸਰੀਰ ਵੀ ਵਿਅਰਥ ਹੈ। ਮਿਥਿਆ ਤਨ ਨਹੀਂ ਪਰ ਉਪਕਾਰਾ, ਜਿਹੜਾ ਸਰੀਰ ਦੂਜਿਆਂ ਦਾ ਪਰਉਪਕਾਰ ਨਹੀਂ ਕਰਦਾ, ਭਲਾਈ ਦੇ ਕੰਮ ਨਹੀਂ ਕਰਦਾ, ਉਹ ਸਰੀਰ ਵੀ ਵਿਅਰਥ ਹੈ, ਉਹ ਸਰੀਰ ਵੀ ਮਿਥਿਆ ਹੈ। ਮਿਥਿਆ ਵਾਸ ਲੇਤ ਵਿਕਾਰਾ, ਇਹ ਨੱਕ ਵੀ ਵਿਅਰਥ ਹੈ। ਵਾਸ ਤੋਂ ਭਾਵ ਹੈ ਸੁਗੰਧੀ ਵਾਸ਼ਨਾ, ਜੋ ਵਿਕਾਰਾਂ ਦੀ ਵਾਸ਼ਨਾ ਲੈ ਰਿਹਾ ਹੈ, ਇਹ ਨੱਕ ਵੀ ਵਿਅਰਥ ਹੈ। ਬਿਨ ਬੂਝੇ ਮਿਥਿਆ ਸਭ ਭਏ, ਸਫਲ ਦੇ ਨਾਨਕ ਹਰ ਹਰ ਨਾਮ ਲਏ। ਬਿਨ ਬੂਝੇ ਮਿਥਿਆ ਸਭ ਭਏ। ਮਹਾਰਾਜ ਕਹਿੰਦੇ ਆਪੋ ਆਪਣੀ ਹੋਂਦ ਦਾ ਮਨੋਰਥ ਸਮਝਣ ਤੋਂ ਬਿਨਾ ਇਹ ਸਾਰੇ ਹੀ ਅੰਗ ਵਿਅਰਥ ਹਨ। ਜੇ ਇਹ ਅੰਗ ਇਹ ਨਾ ਸਮਝਣ ਨਾ ਵੀ ਸਾਡੇ ਨਾਲ ਕਿਉਂ ਲੱਗੇ ਆ, ਜਿਵੇਂ ਅੱਖਾਂ ਲੱਗੀਆਂ, ਕੰਨ ਲੱਗੇ ਐ, ਨੱਕ ਲੱਗਿਆ ਐ, ਸਾਡੀ ਜੀਭ ਲੱਗੀ ਐ, ਹੱਥ ਪੈਰ ਸਾਡੇ ਸਰੀਰ ਨਾਲ ਮਾਲਕ ਨੇ ਲਾਏ ਐ, ਇਹ ਕਿਉਂ ਲਾਏ ਐ? ਜਿਹੜਾ ਇਹ ਨਹੀਂ ਸਮਝਦਾ ਫਿਰ ਉਹਦੇ ਸਾਰੇ ਅੰਗ ਵਿਅਰਥ ਹਨ। ਅਸਲ ਵਿੱਚ ਕਿਉਂ ਲਾਏ ਐ? ਹੱਥਾਂ ਦਾ ਕੰਮ ਹੈ, ਇਹ ਹੱਥਾਂ ਨਾਲ ਦੂਜਿਆਂ ਦੀ ਸੇਵਾ ਕਰ। ਪੈਰਾਂ ਦਾ ਕੰਮ ਹੈ ਦੂਜਿਆਂ ਦੇ ਪਰਉਪਕਾਰ ਲਈ ਦੌੜ, ਕਿਸੇ ਦਾ ਨੁਕਸਾਨ ਕਰਨ ਵਾਸਤੇ ਨਾ ਦੌੜ। ਜੇ ਕਿਸੇ ਦਾ ਫਾਇਦਾ ਹੁੰਦਾ ਹੈ ਤੇਰੇ ਜਾਣ ਦੇ ਨਾਲ, ਤੂੰ ਉੱਥੇ ਜਾ, ਉਹਦਾ ਫਾਇਦਾ ਕਰ, ਪਰਉਪਕਾਰ ਦੇ ਭਲੇ ਦੇ ਕੰਮ ਕਰ। ਇਹਨਾਂ ਅੱਖਾਂ ਦੇ ਨਾਲ ਆਪਣੇ ਗੁਰੂ ਸਾਹਿਬ ਦੇ ਦਰਸ਼ਨ ਕਰ, ਇਹਨਾਂ ਅੱਖਾਂ ਦੇ ਨਾਲ ਬਾਣੀ ਪੜ੍ਹਿਆ ਕਰ, ਇਹਨਾਂ ਅੱਖਾਂ ਦੇ ਨਾਲ ਚੰਗਾ ਦੇਖਿਆ ਕਰ। ਆ ਜਿਹੜੀ ਤੈਨੂੰ ਜੇਬਾ ਦਿੱਤੀ ਹੈ, ਜਿਹੜੀ ਤੈਨੂੰ ਰਸਨਾ ਦਿੱਤੀ ਹੈ, ਇਹ ਰਸਨਾ ਦੇ ਨਾਲ ਬਾਣੀ ਪੜ੍ਹਿਆ ਕਰ। ਇਹ ਰਸਨਾ ਦੇ ਨਾਲ ਕਿਸੇ ਦੀ ਨਿੰਦਿਆ ਨਾ ਕਰਿਆ ਕਰ, ਇਹ ਰਸਨਾ ਦੇ ਨਾਲ ਚੰਗਾ ਚੰਗਾ ਬੋਲਿਆ ਕਰ। ਸਫਲ ਦੇ ਨਾਨਕ ਹਰ ਹਰ ਨਾਮ ਲਏ। ਮਹਾਰਾਜ ਕਹਿੰਦੇ ਉਹ ਸਫਲ ਸਰੀਰ ਹੈ, ਉਹ ਸਰੀਰ ਭਾਗਾਂ ਵਾਲਾ ਹੈ ਜਿਹੜਾ ਸਰੀਰ ਪਰਮਾਤਮਾ ਦਾ ਨਾਮ ਜਪਦਾ ਹੈ। ਉਹ ਸਾਰੇ ਹੀ ਅੰਗ ਪੈਰ ਧਨ ਹਨ, ਸਫਲ ਹਨ, ਜਿਹੜੇ ਮਹਾਰਾਜ ਕਹਿੰਦੇ ਭਲੇ ਦੇ ਕੰਮ ਕਰਦੇ ਹਨ, ਪਰਮਾਤਮਾ ਦਾ ਨਾਮ ਜਪਦੇ ਹਨ। ਜਿਹੜੀਆਂ ਅੱਖਾਂ ਵਾਹਿਗੁਰੂ ਨੂੰ ਦੇਖਦੀਆਂ ਹਨ ਉਹ ਧਨ ਹਨ। ਬਿਰਥੀ ਸਾਕਤ ਕੀ ਆਰਜਾ, ਸਾਚ ਬਿਨਾ ਕਹਿ ਹੋਵਤ ਸੂਚਾ। ਬਿਰਥੀ ਸਾਕਤ ਕੀ ਆਰਜਾ, ਰੱਬ ਨਾਲੋਂ ਟੁੱਟੇ ਹੋਏ ਮਨੁੱਖ ਦੀ ਉਮਰ ਵੀ ਵਿਅਰਥ ਹੈ, ਬਿਰਥੀ ਹੈ।
ਉਹਦਾ ਕੋਈ ਲਾਭ ਨਹੀਂ ਹੈ। ਜਿਵੇਂ ਟਾਹਣੀ ਨਾਲੋਂ ਫੁੱਲ ਟੁੱਟ ਜਾਏ, ਆਪ ਜੀ ਨੂੰ ਪਤਾ ਹੈ ਉਹ ਫੁੱਲ ਦੀ ਕੋਈ ਕੀਮਤ ਨਹੀਂ ਨਾ ਹੁੰਦੀ। ਜਿੰਨਾ ਚਿਰ ਟਾਹਣੀ ਨਾਲ ਫੁੱਲ ਜੁੜਿਆ ਰਹਿੰਦਾ ਹੈ, ਫੁੱਲ ਖਿੜਿਆ ਰਹਿੰਦਾ ਹੈ, ਉਹਦੇ ਵਿੱਚੋਂ ਸੁਗੰਧੀ ਵੀ ਆਉਂਦੀ ਹੈ, ਉਹ ਦੇਖਣ ਨੂੰ ਵੀ ਸੋਹਣਾ ਲੱਗਦਾ ਹੈ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜਿਹੜਾ ਪ੍ਰਮਾਤਮਾ ਦੇ ਨਾਲ ਜੁੜਿਆ ਰਹਿੰਦਾ ਹੈ, ਉਹ ਖਿੜਿਆ ਰਹਿੰਦਾ ਹੈ, ਉਹਦੇ ਵੱਲ ਦੇਖਣ ਨੂੰ ਵੀ ਦਿਲ ਕਰਦਾ ਹੈ। ਉਹਦੇ ਸਰੀਰ ਵਿੱਚੋਂ ਪ੍ਰਮਾਤਮਾ ਦੇ ਨਾਮ ਦੀ ਸੁਗੰਧੀ ਆਉਂਦੀ ਹੈ। ਤੇ ਜਿਹੜਾ ਪ੍ਰਮਾਤਮਾ ਨਾਲੋਂ ਟੁੱਟ ਗਿਆ, ਬਿਰਥੀ ਸਾਕਤ ਕੀ ਆਰਜਾ, ਉਹ ਮਨੁੱਖ ਦੀ ਉਮਰ ਵੀ ਵਿਅਰਥ ਹੈ। ਸਾਚ ਬਿਨਾ ਕਹਿ ਹੋਵਤ ਸੂਚਾ, ਕਿਉਂਕਿ ਸੱਚੇ ਪ੍ਰਭੂ ਦੇ ਨਾਮ ਤੋਂ ਬਿਨਾ ਉਹ ਸੁੱਚਾ ਕਿਵੇਂ ਹੋ ਸਕਦਾ ਹੈ। ਪਰਮਾਤਮਾ ਦੇ ਨਾਮ ਨੇ ਹੀ ਸੁੱਚਾ ਕਰਨਾ ਹੈ। ਬਾਣੀ ਵਿੱਚ ਇੱਕ ਜਗ੍ਹਾ ਮਹਾਰਾਜ ਨੇ ਇਉਂ ਵੀ ਆਖਿਆ, ਮਹਾਰਾਜ ਕਹਿੰਦੇ ਇਹ ਜਿਹੜੀ ਤੇਰੀ ਜੇਭਾ ਹੈ, ਇਹ ਰਸਨਾ ਹੈ, ਇਹ ਤੇਰਾ ਮੁਖ ਹੈ, ਇਹ ਮੁਖ ਨਾਲ ਜਿੰਨੀਆਂ ਮਰਜ਼ੀ ਕੁਰਲੀਆਂ ਕਰੀ ਜਾ, ਇਹ ਤੇਰਾ ਮੁਖ ਪਵਿੱਤਰ ਨਹੀਂ ਹੋ ਸਕਦਾ। ਇਹ ਮੂੰਹ ਕਿਵੇਂ ਪਵਿੱਤਰ ਹੋ ਸਕਦਾ ਹੈ? ਇਹ ਮੂੰਹ ਇੱਕੋ ਹੀ ਇੱਕ ਚੀਜ਼ ਕਰਕੇ ਪਵਿੱਤਰ ਹੋ ਸਕਦਾ ਹੈ, ਨਾਮ ਕਹਿਤ ਗੋਬਿੰਦ ਕਾ ਸੂਚੀ ਪਈ ਰਸਨਾ। ਪਰਮਾਤਮਾ ਦਾ ਨਾਮ ਜਪ ਕੇ ਰਸਨਾ ਪਵਿੱਤਰ ਹੋ ਸਕਦੀ ਹੈ, ਨਹੀਂ ਤਾਂ ਹੋਰ ਕੋਈ ਇਹੋ ਜਿਹਾ ਕੰਮ ਨਹੀਂ ਜਿਹੜੇ ਕੰਮ ਨਾਲ ਤੇਰਾ ਮੂੰਹ ਪਵਿੱਤਰ ਹੋ ਸਕਦਾ ਹੈ, ਨਹੀਂ ਹੋ ਸਕਦਾ। ਬਿਰਥਾ ਨਾਮ ਬਿਨਾ ਤਨ ਅੰਧ, ਮੁਖ ਆਵਤ ਤਾਕੈ ਦੁਰਗੰਧ। ਮਹਾਰਾਜ ਕਹਿੰਦੇ ਬਿਰਥਾ ਨਾਮ ਬਿਨਾ ਤਨ ਅੰਧ, ਨਾਮ ਤੋਂ ਬਿਨਾ ਸਾਕਤ ਦਾ ਸਰੀਰ ਵੀ ਕਿਸੇ ਕੰਮ ਦਾ ਨਹੀਂ ਹੈ। ਨਾਮ ਬਿਨਾ ਤਨ ਅੰਧ ਬਿਰਥਾ, ਮਹਾਰਾਜ ਕਹਿੰਦੇ ਇਹ ਮਨੁੱਖ ਦਾ ਸਰੀਰ ਵੀ ਬਿਰਥਾ ਹੈ। ਜਿਹੜਾ ਨਾਸਤਕ ਹੈ, ਜਿਹੜਾ ਰੱਬ ਦੇ ਨਾਲ ਨਹੀਂ ਜੁੜਿਆ, ਜਿਹੜਾ ਵਾਹਿਗੁਰੂ ਨੂੰ ਯਾਦ ਨਹੀਂ ਕਰਦਾ, ਉਹਦਾ ਸਰੀਰ ਵੀ ਕਿਸੇ ਕੰਮ ਦਾ ਨਹੀਂ। ਮੁਖ ਆਵਤ ਤਾਂ ਕੈ ਦੁਰਗੰਧ, ਕਿਉਂਕਿ ਉਹਦੇ ਮੂੰਹ ਵਿੱਚੋਂ ਹਮੇਸ਼ਾ ਹੀ ਨਿੰਦਿਆ ਦੀ ਬਦਬੂ ਆਉਂਦੀ ਹੈ। ਉਹ ਹਰ ਸਮੇਂ ਹੀ ਆਪਣੇ ਮੁਖ ਵਿੱਚੋਂ ਨਿੰਦਿਆ ਕਰਦਾ ਹੈ। ਉਹਨੂੰ ਕਿਸੇ ਦੀ ਗੱਲ ਥੋੜੀ ਜਿਹੀ ਪਤਾ ਲੱਗ ਜਾਏ, ਜਿੰਨਾ ਚਿਰ ਪੂਰੇ ਪਿੰਡ ਵਿੱਚ ਦੱਸ ਨਹੀਂ ਦਿੰਦਾ, ਉਨਾ ਚਿਰ ਉਹਦੇ ਢਿੱਡ ਵਿੱਚ ਪੀੜ ਹਟਣੀ ਨਹੀਂ, ਉਨਾ ਚਿਰ ਉਹ ਟਿਕ ਕੇ ਨਹੀਂ ਬਹਿ ਸਕਦਾ। ਕਿਉਂਕਿ ਉਹਦਾ ਕੰਮ ਹੀ ਇਹ ਹੈ ਵੀ ਉਹਨੂੰ ਥੋੜੀ ਜਿਹੀ ਗੱਲ ਮਿਲੇ, ਉਹ ਦੂਜੇ ਦੀ ਨਿੰਦਿਆ ਕਰੇ, ਉਹ ਦੂਜਿਆਂ ਦੀਆਂ ਗੱਲਾਂ ਵਧਾ ਚੜਾ ਕੇ ਦੱਸਦਾ ਹੈ। ਮਹਾਰਾਜ ਕਹਿੰਦੇ ਮੁਖ ਆਵਤ ਤਾਂ ਕਹਿ ਦੁਰਗੰਧ, ਰੱਬ ਨਾਲੋਂ ਟੁੱਟੇ ਹੋਏ ਮਨੁੱਖ ਦੇ ਮੁਖ ਵਿੱਚੋਂ ਦੁਰਗੰਧੀ ਆਉਂਦੀ ਹੈ, ਬਦਬੂ ਆਉਂਦੀ ਹੈ। ਬਿਨ ਸਿਮਰਨ ਦਿਨ ਰਹਿਣ ਬਿਰਥਾ ਬਹਾਏ, ਮੇਘ ਬਿਨਾ ਜਿਉ ਖੇਤੀ ਜਾਏ। ਮੇਘ ਬਿਨਾ ਜਿਉ ਖੇਤੀ ਜਾਏ, ਮਹਾਰਾਜ ਕਹਿੰਦੇ ਜਿਵੇਂ ਵਰਖਾ ਤੋਂ ਬਿਨਾ ਖੇਤ ਸੁੱਕੇ ਰਹਿੰਦੇ ਐ, ਉਹਨਾਂ ਨੂੰ ਫਲ ਨਹੀਂ ਲੱਗਦੇ, ਇਸੇ ਤਰ੍ਹਾਂ ਬਿਨ ਸਿਮਰਨ ਦਿਨ ਰਹਿਣ ਬਿਰਥਾ ਵਿਹਾਏ। ਸਿਮਰਨ ਤੋਂ ਬਿਨਾ ਸਾਕਤ ਦੇ ਨਾਸਤਕ ਮਨੁੱਖ ਦੇ ਦਿਨ ਰਾਤ ਇਉਂ ਹੀ ਅਜਾਈ ਜਾ ਰਹੇ ਹਨ। ਉਹ ਵੀ ਦਿਨ ਰਾਤ ਕਰਕੇ ਉਮਰ ਕੱਟੀ ਜਾ ਰਿਹਾ ਹੈ, ਉਹਦੇ ਵੀ ਦਿਨ ਸਫਲ ਨਹੀਂ ਹੋ ਰਹੇ, ਵਿਅਰਥ ਜਾ ਰਹੇ ਹਨ। ਹੀਰੇ ਜੈਸਾ ਜਨਮ ਹੈ ਕੋਡੀ ਬਦਲੇ ਜਾਏ, ਕੋਡੀਆਂ ਦੇ ਬਦਲੇ ਆਪਣੇ ਸਰੀਰ ਨੂੰ ਦਿਨ ਰਾਤ ਕਰਕੇ ਕੱਟੀ ਜਾ ਰਿਹਾ ਹੈ। ਦਿਨ ਤੇ ਪਹਿਰ ਪਹਿਰ ਦੇ ਘੜੀਆਂ ਆਦ ਘਟੈ ਤਨ ਸੀਜੈ। ਦਿਨ ਤੇ ਰਾਤ ਕਰਕੇ ਮਹਾਰਾਜ ਕਹਿੰਦੇ ਤੇਰੀ ਜ਼ਿੰਦਗੀ ਨਿਕਲੀ ਦੀ ਜਾ ਰਹੀ ਹੈ, ਹਰ ਰੋਜ਼ ਤੇਰੀ ਜ਼ਿੰਦਗੀ ਦਾ ਸਮਾਂ ਘਟ ਰਿਹਾ ਹੈ। ਪਰ ਮਨਾ ਤੂੰ ਕਿਤੇ ਵਿਚਾਰ ਵੀ ਤੂੰ ਸੰਸਾਰ ਤੇ ਕੀ ਕਰਦਾ ਹੈ, ਪਰ ਕਰਨ ਕੀ ਆਇਆ ਹੈ। ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜਿਉ ਕਿਰਪਨ ਕੇ ਨਿਰਾਰਥ ਦਾਮ। ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਪਰਮਾਤਮਾ ਦੇ ਭਜਨ ਤੋਂ ਬਿਨਾ, ਪਰਮਾਤਮਾ ਦੇ ਨਾਮ ਤੋਂ ਬਿਨਾ ਬਿਰਥੇ ਸਭ ਕਾਮ। ਹਰ ਇੱਕ ਕੰਮ ਜਿਹੜਾ ਮਨੁੱਖ ਕਰਦਾ ਹੈ ਉਹ ਵਿਅਰਥ ਹੈ, ਉਹ ਕੰਮ ਦਾ ਕੋਈ ਲਾਭ ਨਹੀਂ ਹੈ।
ਉਹ ਚਾਹੇ ਕੋਈ ਵੀ ਕੰਮ ਹੋਵੇ। ਮਹਾਰਾਜ ਕਹਿੰਦੇ ਜਿਹੜੇ ਕੰਮ ਵਿੱਚ ਪਰਮਾਤਮਾ ਦਾ ਨਾਮ ਨਹੀਂ, ਜਿਹੜਾ ਮਨੁੱਖ ਵਾਹਿਗੁਰੂ ਨੂੰ ਯਾਦ ਨਹੀਂ ਕਰਦਾ, ਜਿੰਨੇ ਮਰਜ਼ੀ ਕੰਮ ਕਰੀ ਜਾਏ, ਉਹਨਾਂ ਕੰਮਾਂ ਦਾ ਕੋਈ ਲਾਭ ਨਹੀਂ ਹੈ। ਜਿਉਂ ਕਿਰਪਨ ਕੇ ਨਿਰਾਰਥ ਦਾਮ। ਜਿਵੇਂ ਮਹਾਰਾਜ ਕਹਿੰਦੇ ਮਨੁੱਖ ਕੋ ਬਹੁਤ ਪੈਸਾ ਹੋਵੇ ਪਰ ਉਹ ਅੰਦਰੋਂ ਕੰਜੂਸ ਹੋਵੇ, ਕਿਰਪਨ ਤੋਂ ਭਾਵ ਹੈ ਕੰਜੂਸ, ਫਿਰ ਉਹਦੇ ਕੋਲ ਜਿੰਨਾ ਮਰਜ਼ੀ ਪੈਸਾ ਹੋਵੇ, ਉਹ ਪੈਸੇ ਦਾ ਉਹਨੂੰ ਕੋਈ ਲਾਭ ਨਹੀਂ ਹੈ। ਇਸੇ ਤਰ੍ਹਾਂ ਮਹਾਰਾਜ ਨੇ ਸਾਨੂੰ ਸਵਾਸ ਬਹੁਤ ਦਿੱਤੇ ਹੈ, ਪਰ ਇਹ ਸਵਾਸਾਂ ਦਾ ਵੀ ਤਾਂ ਹੀ ਲਾਭ ਹੈ ਜੇ ਇਹਨਾਂ ਸਵਾਸਾਂ ਦੇ ਨਾਲ ਪਰਮਾਤਮਾ ਦਾ ਨਾਮ ਜਪਿਆ ਜਾਏ। ਨਹੀਂ ਤਾਂ ਇਹਨਾਂ ਸਵਾਸਾਂ ਦੇ ਨਾਲ ਹੋਰ ਜਿੰਨੇ ਮਰਜ਼ੀ ਕੰਮ ਕਰੀ ਜਾਓ, ਉਹਨਾਂ ਕੰਮਾਂ ਦਾ ਕੋਈ ਲਾਭ ਨਹੀਂ ਹੈ। ਜਿਵੇਂ ਇੱਕ ਕੰਜੂਸ ਮਨੁੱਖ ਕੋਲ ਬੜਾ ਧਨ ਹੁੰਦਾ ਹੈ, ਉਹ ਧਨ ਦਾ ਉਹਨੂੰ ਕਾਹਦਾ ਲਾਭ, ਕਿਉਂਕਿ ਉਹਨੇ ਵਰਤਣਾ ਹੀ ਨਹੀਂ, ਯੂਜ਼ ਹੀ ਨਹੀਂ ਕਰਨਾ। ਪੁਰਾਣੇ ਕੱਪੜੇ ਪਾਈ ਰੱਖਦਾ ਹੈ, ਖਾਣਾ ਪੀਣਾ ਉਹਦਾ ਨਹੀਂ ਵਧੀਆ, ਕਿਉਂਕਿ ਉਹ ਕੰਜੂਸ ਹੈ, ਪੈਸਾ ਖਰਚ ਕੇ ਰਾਜੀ ਨਹੀਂ। ਧਨ ਧਨ ਤੇ ਜਨ ਜਿਹ ਘਟ ਵਸਿਓ ਹਰ ਨਾਉ, ਨਾਨਕ ਤਾਕੈ ਬਲ ਬਲ ਜਾਓ। ਧਨ ਧਨ ਤੇ ਜਨ ਜਿਹ ਘਟ ਵਸਿਓ ਹਰ ਨਾਉ। ਮਹਾਰਾਜ ਕਹਿੰਦੇ ਉਹ ਮਨੁੱਖ ਧਨ ਧਨ ਹੈ, ਉਹ ਧਨ ਧਨ ਜੋਗ ਹੈ ਕਿਹੜਾ, ਜਿਹ ਘਟ ਵਸਿਓ ਹਰ ਨਾਉ, ਜਿਹਦੇ ਹਿਰਦੇ ਰੂਪੀ ਘਰ ਵਿੱਚ ਵਾਹਿਗੁਰੂ ਜੀ ਦਾ ਨਾਮ ਵਸਿਆ ਹੋਇਆ ਹੈ। ਜਿਹੜਾ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ ਉਹ ਮਨੁੱਖ ਧਨ ਧਨ ਹੈ, ਉਹਦੇ ਅੱਗੇ ਮੇਰੀ ਨਮਸਕਾਰ ਹੈ। ਨਾਨਕ ਤਾਕੈ ਬਲ ਬਲ ਜਾਓ। ਮੈਂ ਉਹ ਗੁਰਮੁਖ ਪਿਆਰੇ ਸੰਤ ਮਹਾਤਮਾ ਤੋਂ ਸਦਾ ਹੀ ਸਦਕੇ ਜਾਨਾ ਹਾਂ, ਸਦਾ ਹੀ ਬਲਿਹਾਰੇ ਜਾਨਾ ਹਾਂ। ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ। ਰਹਿਤ ਅਵਰ ਕਛ ਅਵਰ ਕਮਾਵਤ। ਗੁਰੂ ਜੀ ਨੇ ਰਹਿਤ ਕੁਝ ਹੋਰ ਬਖਸ਼ੀ ਹੈ, ਪਰ ਇਹ ਆਪਣੀ ਜ਼ਿੰਦਗੀ ਵਿੱਚ ਕਰ ਕੁਝ ਹੋਰ ਰਿਹਾ ਹੈ। ਧਰਮ ਦਾ ਬਾਹਰਲਾ ਪਹਿਰਾਵਾ ਵੀ ਪਾਇਆ ਹੋਇਆ ਹੈ, ਧਰਮ ਦੇ ਚਿੰਨ੍ਹ ਵੀ ਪਹਿਨੇ ਹੋਏ ਹਨ, ਪਰ ਇਹਦੇ ਅਸਲ ਜ਼ਿੰਦਗੀ ਵਿੱਚ ਧਰਮ ਨਹੀਂ ਹੈ। ਇਹ ਧਰਮ ਦੀ ਰਹਿਤ ਨਹੀਂ ਕਮਾਉਂਦਾ। ਬਾਣੀ ਵਿੱਚ ਮਹਾਰਾਜ ਨੇ ਆਖਿਆ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ। ਗੁਰੂ ਜੀ ਨੂੰ ਰਹਿਤ ਪਿਆਰੀ ਲੱਗਦੀ ਹੈ, ਬਾਹਰਲੇ ਚਿੰਨ੍ਹ ਪਹਿਰਾਵੇ ਨਹੀਂ ਗੁਰੂ ਨੂੰ ਪਿਆਰੇ ਲੱਗਦੇ। ਹਾਂ, ਇਹ ਧਰਮ ਦੀ ਵਰਦੀ ਹੈ, ਇਹ ਸਿੱਖ ਨੇ ਪਹਿਨਣੀ ਜ਼ਰੂਰ ਹੈ। ਸਿੱਖ ਦੇ ਸਿਰ ਤੇ ਕੇਸ ਵੀ ਹੋਣੇ ਚਾਹੀਦੇ ਹੈ, ਇਹ ਪੰਜਾਂ ਕਕਾਰਾਂ ਦਾ ਧਾਰਨੀ ਹੋਣਾ ਚਾਹੀਦਾ ਹੈ। ਪਰ ਕੱਲਾ ਸਕੂਲ ਦੀ ਵਰਦੀ ਪਾ ਕੇ ਗੁਰਮੁਖੋ PhD ਨੂੰ ਪ੍ਰਾਪਤ ਨਹੀਂ ਕੋਈ ਕਰ ਸਕਦਾ। ਕੱਲਾ ਸਕੂਲ ਦੀ ਵਰਦੀ ਪਾ ਕੇ ਕਲਾਸ ਵਿੱਚੋਂ ਕੋਈ ਪਾਸ ਨਹੀਂ ਹੋ ਸਕਦਾ। ਸਕੂਲ ਦੀ ਵਰਦੀ ਪਾਉਣੀ ਵੀ ਲਾਜ਼ਮੀ ਹੈ, ਪਰ ਜਿਹੜੀ ਪੜ੍ਹਾਈ ਹੈ ਉਹ ਸਿੱਖ ਦੀ ਰਹਿਤ ਹੈ। ਸਿੱਖ ਨੇ ਆਪਣੀ ਜ਼ਿੰਦਗੀ 'ਚ ਰਹਿਤ ਵੀ ਜ਼ਰੂਰ ਰੱਖਣੀ ਹੈ, ਪਰ ਮਹਾਰਾਜ ਕਹਿੰਦੇ ਅਸਲ ਵਿੱਚ ਅੱਜ ਕੀ ਹੈ ਵੀ ਬਾਹਰਲੇ ਚਿੰਨ੍ਹ ਜ਼ਰੂਰ ਪਹਿਨੇ ਹਨ, ਪਰ ਅਸਲ ਵਿੱਚ ਜ਼ਿੰਦਗੀ ਵਿੱਚ ਅਮਲੀ ਜਾਮਾ ਨਹੀਂ ਪਹਿਨਿਆ। ਆਪਣੇ ਅੰਦਰ ਰਹਿਤ ਨਹੀਂ ਰੱਖੀ ਜਿਹੜੀ ਗੁਰੂ ਜੀ ਨੇ ਸਾਨੂੰ ਦੱਸੀ ਹੈ। ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ। ਮਨ ਵਿੱਚ ਪ੍ਰਭੂ ਨਾਲ ਪਿਆਰ ਨਹੀਂ, ਮਨ ਵਿੱਚ ਪਰਮਾਤਮਾ ਨਾਲ ਪ੍ਰੀਤੀ ਨਹੀਂ ਜੋੜੀ, ਮੁਖੋਂ ਗੰਢ ਲਾਵਤ। ਮੂੰਹ ਤੋਂ ਪਿਆਰ ਦੀਆਂ ਗੱਲਾਂ ਕਰਦਾ ਹੈ, ਮੂੰਹ ਤੋਂ ਗਿਆਨ ਦੀਆਂ ਗੱਲਾਂ ਕਰਦਾ ਹੈ, ਮੂੰਹ ਤੋਂ ਇਉਂ ਗੱਲਾਂ ਕਰਦਾ ਹੈ ਵੀ ਜਿੱਦਾਂ ਇਹਦਾ ਪਰਮਾਤਮਾ ਨਾਲ ਪਿਆਰ ਹੀ ਬਹੁਤ ਹੁੰਦਾ ਹੈ। ਜਾਣਨ ਹਾਰ ਪ੍ਰਭੂ ਪਰਵੀਨ, ਬਾਹਰ ਭੇਖ ਨਾ ਕਾਹੂ ਭੀਨ। ਜਾਣਨ ਹਾਰ ਤੋਂ ਭਾਵ ਹੈ ਉਹ ਅਕਾਲ ਪੁਰਖ ਵਾਹਿਗੁਰੂ ਜੀ, ਪ੍ਰਭੂ ਪਰਵੀਨ, ਜਿਹੜਾ ਦਿਲਾਂ ਦੀਆਂ ਜਾਣਦਾ ਹੈ। ਮਹਾਰਾਜ ਕਹਿੰਦੇ ਐ ਮੇਰਿਆ ਮਨਾ, ਅਕਾਲ ਪੁਰਖ ਵਾਹਿਗੁਰੂ ਜੀ ਤੇਰੇ ਦਿਲਾਂ ਦੀਆਂ ਜਾਣਦਾ ਹੈ, ਉਹ ਬੜਾ ਸਿਆਣਾ ਹੈ, ਉਹਦੇ ਨਾਲ ਚਤਰਾਈ ਨਾ ਕਰ। ਬਾਹਰ ਭੇਖ ਨਾ ਕਾਹੂ ਭੀਨ, ਉਹ ਕਦੇ ਕਿਸੇ ਦੇ ਬਾਹਰਲੇ ਭੇਖ ਤੋਂ ਪ੍ਰਸੰਨ ਨਹੀਂ ਹੋਇਆ।
ਉਹਨੇ ਤੇਰਾ ਅੰਦਰ ਦੇਖਣਾ ਵੀ ਤੂੰ ਅੰਦਰੋਂ ਕਿੰਨੀ ਪ੍ਰੀਤ ਜੋੜੀ ਹੈ, ਤੇਰਾ ਅੰਦਰ ਕਿੰਨਾ ਭਿੱਜਿਆ ਹੋਇਆ ਹੈ। ਉਹਨੇ ਇਹ ਦੇਖਣਾ ਵੀ ਭਗਤ ਰਵਿਦਾਸ ਜੀ ਮਹਾਰਾਜ ਵਾਂਗ ਤੂੰ ਵੀ ਕਹਿਣਾ ਵੇ ਸਾਚੀ ਪ੍ਰੀਤ ਹਮ ਤੁਮ ਸਿਓ ਜੋੜੀ, ਤੁਮ ਸਿਓ ਜੋਰ ਅਵਰ ਸੰਗ ਤੋੜੀ। ਵੇ ਦੂਜਿਆਂ ਨਾਲ ਕਿਤੇ ਪ੍ਰੀਤ ਤਾਂ ਨਹੀਂ ਤੈਂ ਜੋੜੀ ਹੋਈ। ਜੇ ਤੇਰੀ ਪ੍ਰੀਤ ਦੂਜਿਆਂ ਨਾਲ ਜੁੜੀ ਹੈ, ਫਿਰ ਅਕਾਲ ਪੁਰਖ ਵਾਹਿਗੁਰੂ ਜੀ ਤੇਰੇ ਦਿਲਾਂ ਦੀਆਂ ਜਾਣਦਾ, ਉਹਨੇ ਤੇਰੇ ਤੇ ਪ੍ਰਸੰਨ ਨਹੀਂ ਹੋਣਾ। ਹਰ ਇੱਕ ਦੀ ਟੇਕ ਛੱਡ, ਹਰ ਇੱਕ ਦਾ ਆਸਰਾ ਛੱਡ ਦੇ, ਕਿਸੇ ਦੂਜੇ ਨੂੰ ਖੁਸ਼ ਕਰਨਾ ਛੱਡ ਦੇ। ਸਿਰਫ ਤੇ ਸਿਰਫ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਖੁਸ਼ ਕਰ। ਜਦੋਂ ਤੂੰ ਸੱਚੇ ਦਿਲੋਂ ਪਰਮਾਤਮਾ ਨਾਲ ਪ੍ਰੀਤ ਜੋੜੇਗਾ, ਸੱਚੇ ਦਿਲੋਂ ਵਾਹਿਗੁਰੂ ਜੀ ਨੂੰ ਯਾਦ ਕਰੇਗਾ, ਆਪਣੀ ਜ਼ਿੰਦਗੀ ਵਿੱਚ ਰਹਿਤ ਰੱਖੇਗਾ। ਜਿੱਥੇ ਧਰਮ ਦੇ ਚਿੰਨ੍ਹ ਪਹਿਨੇ ਹੋਏ ਹਨ, ਜਿੱਥੇ ਬਾਹਰ ਦਾ ਲਿਬਾਸ ਪਹਿਨਿਆ ਹੋਇਆ ਹੈ, ਜੇ ਉਦੋਂ ਅੰਦਰਲਾ ਵੀ ਲਿਬਾਸ ਪਹਿਨੇ, ਰਹਿਤ ਵੀ ਰੱਖੇ, ਫਿਰ ਮਹਾਰਾਜ ਤੇਰੇ ਤੇ ਪ੍ਰਸੰਨ ਹੋਣਗੇ। ਅਵਰ ਉਪਦੇਸੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਮਹਾਰਾਜ ਕਹਿੰਦੇ ਅਵਰ ਉਪਦੇਸੈ ਆਪ ਨਾ ਕਰੇ। ਮਨੁੱਖ ਹੋਰਨਾਂ ਨੂੰ ਮੱਤਾਂ ਦਿੰਦਾ ਹੈ, ਹੋਰਨਾਂ ਨੂੰ ਗਿਆਨ ਦਿੰਦਾ ਹੈ, ਹੋਰਨਾਂ ਨੂੰ ਉਪਦੇਸ਼ ਦਿੰਦਾ ਹੈ, ਪਰ ਜਿਹੜਾ ਉਪਦੇਸ਼ ਦਿੰਦਾ, ਜਿਹੜਾ ਗਿਆਨ ਦੂਜਿਆਂ ਨੂੰ ਦਿੰਦਾ ਹੈ, ਉਹ ਆਪਣੀ ਜ਼ਿੰਦਗੀ ਵਿੱਚ ਇਹ ਕਮਾਉਂਦਾ ਹੀ ਨਹੀਂ। ਅੱਜ ਅਸਲ ਵਿੱਚ ਦੂਜੇ ਤੇ ਸਾਡੀ ਗੱਲ ਦਾ ਅਸਰ ਕਿਉਂ ਨਹੀਂ ਹੁੰਦਾ? ਅੱਜ 2-2 ਘੰਟੇ ਮੇਰੇ ਵਰਗਾ ਲਾਈਵ ਹੋ ਕੇ ਬੜੀਆਂ ਗਿਆਨ ਦੀਆਂ ਗੱਲਾਂ ਦਿੰਦਾ ਹੈ, ਬੜਾ ਉਪਦੇਸ਼ ਦਿੰਦਾ ਹੈ, ਪਰ ਸਾਡੀ ਗੱਲ ਦਾ ਦੂਜੇ ਤੇ ਅਸਰ ਕਿਉਂ ਨਹੀਂ ਹੁੰਦਾ? ਕਿਉਂਕਿ ਜਿਹੜੀ ਗੱਲ ਅਸੀਂ ਮੂੰਹ ਚੋਂ ਕਹਿ ਰਹੇ ਹਾਂ, ਉਹ ਸਾਡੇ ਹਿਰਦੇ ਵਿੱਚ ਨਹੀਂ, ਉਹ ਗੱਲ ਅਸੀਂ ਨਹੀਂ ਕਮਾਉਂਦੇ। ਜਿੱਡੀ ਵੱਡੀ ਚੁੰਮਕ ਹੁੰਦੀ ਹੈ, ਉਹ ਉਨਾ ਹੀ ਲੋਹੇ ਨੂੰ ਆਪਣੇ ਵੱਲ ਖਿੱਚਦੀ ਹੈ। ਜਿੰਨੀ ਸਾਡੇ ਕੋਲ ਨਾਮ ਦੀ ਚੁੰਮਕ ਹੋਏਗੀ, ਉਨਾ ਹੀ ਦੁਨੀਆ ਸਾਡੀ ਗੱਲ ਦਾ ਅਸਰ ਕਬੂਲ ਕਰੇਗੀ। ਅਵਰ ਉਪਦੇਸੈ ਆਪ ਨਾ ਕਰੇ। ਦੂਜੇ ਨੂੰ ਮੱਤਾਂ ਦਿੰਦਾ ਹੈ, ਪਰ ਆਪ ਜ਼ਿੰਦਗੀ ਵਿੱਚ ਨਹੀਂ ਕਮਾਉਂਦਾ। ਆਵਤ ਜਾਵਤ ਜਨਮੇ ਮਰੇ। ਮਹਾਰਾਜ ਕਹਿੰਦੇ ਇਹੋ ਜਿਹਾ ਮਨੁੱਖ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ। ਆਵਤ ਜਾਵਤ ਜਨਮੇ ਮਰੇ, ਜਨਮ ਮਰਨ ਦੇ ਗੇੜ ਵਿੱਚ ਹੀ ਪਿਆ ਰਹਿੰਦਾ ਹੈ। ਜਿਸ ਕੈ ਅੰਤਰ ਵਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ। ਜਿਸ ਕੈ ਅੰਤਰ ਵਸੈ ਨਿਰੰਕਾਰ, ਜਿਹੜੇ ਮਨੁੱਖ ਦੇ ਹਿਰਦੇ ਰੂਪੀ ਘਰ ਵਿੱਚ ਨਿਰੰਕਾਰ ਪ੍ਰਮਾਤਮਾ ਆ ਵਸਿਆ, ਤਿਸ ਕੀ ਸੀਖ ਤਰੈ ਸੰਸਾਰ। ਉਸ ਮਨੁੱਖ ਦੀ, ਉਸ ਗੁਰਮੁਖ ਪਿਆਰੇ ਦੀ ਸੰਗਤ ਕਰਕੇ, ਉਸ ਗੁਰਮੁਖ ਪਿਆਰੇ ਦੀ ਸਿੱਖਿਆ ਗ੍ਰਹਿਣ ਕਰਕੇ ਮਹਾਰਾਜ ਕਹਿੰਦੇ ਇਹ ਸੰਸਾਰ ਤੋਂ ਤਰ ਸਕਦੇ ਹਾਂ। ਜਿਹੜੇ ਪ੍ਰਮਾਤਮਾ ਨਾਲ ਜੁੜੇ ਹੋਏ ਹਨ, ਜਿਨ੍ਹਾਂ ਦੇ ਹਿਰਦੇ ਰੂਪੀ ਘਰ ਵਿੱਚ ਵਾਹਿਗੁਰੂ ਜੀ ਟਿਕਿਆ ਹੋਇਆ ਹੈ, ਤਿਸ ਕੀ ਸੀਖ ਤਰੈ ਸੰਸਾਰ। ਜੇ ਉਹਨਾਂ ਦੀ ਸਿੱਖਿਆ ਦੇ ਮੁਤਾਬਕ ਚੱਲੀਏ, ਜੇ ਉਹਨਾਂ ਦੇ ਬਚਨਾਂ ਦੇ ਮੁਤਾਬਕ ਅਸੀਂ ਚੱਲੀਏ, ਮਹਾਰਾਜ ਕਹਿੰਦੇ ਤਰੈ ਸੰਸਾਰ, ਅਸੀਂ ਇਹ ਸੰਸਾਰ ਰੂਪੀ ਭਵ ਸਾਗਰ ਤੋਂ ਤਰ ਸਕਦੇ ਹਾਂ, ਅਸੀਂ ਵਿਕਾਰਾਂ ਤੋਂ ਬਚ ਸਕਦੇ ਹਾਂ। ਜੋ ਤੁਮ ਭਾਨੈ ਤਿਨ ਪ੍ਰਭ ਜਾਤਾ, ਨਾਨਕ ਉਨ ਜਨ ਚਰਨ ਪਰਾਤਾ। ਜੋ ਤੁਮ ਭਾਨੈ ਤਿਨ ਪ੍ਰਭ ਜਾਤਾ। ਐ ਮਹਾਰਾਜ, ਜੋ ਭਗਤ ਤੈਨੂੰ ਪਿਆਰੇ ਲੱਗਦੇ ਹਨ, ਉਹਨਾਂ ਨੇ ਤੈਨੂੰ ਪਛਾਣ ਲਿਆ। ਪਰਮਾਤਮਾ ਨੂੰ ਕਿਹੜਾ ਪਿਆਰਾ ਲੱਗਦਾ ਜੀ? ਭਗਤ ਤੇਰੇ ਮਨ ਭਾਵਦੇ, ਦਰ ਸੋਹਨ ਕੀਰਤ ਗਾਵਦੇ। ਮਹਾਰਾਜ ਨੂੰ ਉਹੀ ਚੰਗੇ ਲੱਗਦੇ ਐ ਜਿਹੜੇ ਵਾਹਿਗੁਰੂ ਜੀ ਦੀ ਕੀਰਤੀ ਗਾਉਂਦੇ ਐ। ਮਹਾਰਾਜ ਕਹਿੰਦੇ ਜਿਹੜੀ ਤੇਰੀ ਕੀਰਤੀ ਗਾਉਂਦੇ ਐ, ਅਸਲ ਵਿੱਚ ਉਹਨਾਂ ਨੇ ਤੈਨੂੰ ਪਛਾਣ ਲਿਆ। ਨਾਨਕ ਉਨ ਜਨ ਚਰਨ ਪਰਾਤਾ। ਮੈਂ ਉਹਨਾਂ ਭਗਤਾਂ ਦੇ ਚਰਨਾਂ ਤੋਂ ਸਦਾ ਬਲਿਹਾਰ ਜਾਨਾ ਹਾਂ। ਉਹਨਾਂ ਦੇ ਚਰਨਾਂ ਦੀ ਧੂੜ ਮੈਨੂੰ ਵੀ ਮਿਲ ਜਾਏ, ਮੈਂ ਵੀ ਉਹਨਾਂ ਦੇ ਚਰਨਾਂ ਦੇ ਨਾਲ ਲੱਗ ਜਾਵਾਂ। ਕਿਹਨਾਂ ਦੇ? ਇਹ ਮਹਾਰਾਜ ਜਿਨ੍ਹਾਂ ਨੇ ਤੁਹਾਨੂੰ ਪਛਾਣ ਲਿਆ, ਜਿਹੜੇ ਤੁਹਾਨੂੰ ਚੰਗੇ ਲੱਗਣ ਲੱਗ ਗਏ।
करो बेनती पार ब्रह्म सब जानै, अपना किया आपह मानै। करो बेनती पार ब्रह्म सब जानै। महाराज कहते मैं अरदास करदा हाँ, मैं बेनती करदा हाँ, जो भी असीं अरदास करते हाँ वाहिगुरु जी दे अगे, पार ब्रह्म सब जानै। ਉਹ ਅਕਾਲ ਪੁਰਖ ਵਾਹਿਗੁਰੂ ਜੀ ਹਰ ਇੱਕ ਗੱਲ ਤੇਰੀ ਜਾਣਦਾ ਹੈ। ਆਪਨ ਕੀਆ ਆਪਹਿ ਮਾਨਾ, ਆਪਣੇ ਪੈਦਾ ਕੀਤੇ ਜੀਵਾਂ ਨੂੰ ਉਹ ਆਪ ਹੀ ਮਾਣ ਬਖਸ਼ਦਾ ਹੈ, ਆਪ ਹੀ ਵਡਿਆਈ ਦਿੰਦਾ ਹੈ। ਆਪਹਿ ਆਪ ਕਰਤ ਨਵੇਰਾ, ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ। ਆਪਹਿ ਆਪ ਕਰਤ ਨਵੇਰਾ, ਨਵੇਰਾ ਤੋਂ ਭਾਵ ਹੈ ਫੈਸਲਾ, ਨਵੇੜਾ। ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਫੈਸਲਾ ਕਰਦਾ ਹੈ, ਆਪ ਹੀ ਨਵੇਰਾ ਕਰਦਾ ਹੈ। ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇੜਾ। ਕਿਸੇ ਨੂੰ ਉਹਦੇ ਕਰਮਾਂ ਦੇ ਮੁਤਾਬਕ ਪਰਮਾਤਮਾ ਦੂਰ ਲੱਗਦਾ ਹੈ, ਕਿਸੇ ਨੂੰ ਚੰਗੇ ਕਰਮਾਂ ਦੇ ਮੁਤਾਬਕ ਇਉਂ ਮਹਿਸੂਸ ਹੁੰਦਾ ਹੈ ਵੀ ਪਰਮਾਤਮਾ ਤਾਂ ਮੇਰੇ ਨੇੜੇ ਹੀ ਹੈ। ਅਕਾਲ ਪੁਰਖ ਵਾਹਿਗੁਰੂ ਜੀ ਬੁੱਧ ਇਹੋ ਜਿਹੀ ਬਖਸ਼ ਦਿੰਦਾ ਹੈ, ਕਿਸੇ ਨੂੰ ਇਉਂ ਲੱਗਦਾ ਵੀ ਰੱਬ ਤਾਂ ਮੇਰੇ ਤੋਂ ਬਹੁਤ ਦੂਰ ਹੈ, ਰੱਬ ਥੋੜੀ ਮੈਨੂੰ ਦੇਖਦਾ ਹੈ, ਇੱਥੇ ਥੋੜੀ ਮੈਨੂੰ ਰੱਬ ਦੇਖਦਾ ਹੈ। ਪਰ ਕੋਈ ਇਹੋ ਜਿਹੇ ਵੀ ਹੁੰਦੇ ਐ ਰੱਬ ਨਾਲ ਜੁੜੇ ਹੋਏ ਗੁਰਮੁਖ ਸੰਤ ਮਹਾਤਮਾ, ਜਿਹੜੇ ਹਰ ਟਾਈਮ ਹਰ ਘੜੀ ਹਰ ਪਲ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਆਪਣੇ ਨਜ਼ਦੀਕ ਸਮਝਦੇ ਐ। ਤੇ ਗੁਰਮੁਖੋ ਜਿਹੜੇ ਰੱਬ ਨੂੰ ਆਪਣੇ ਨਜ਼ਦੀਕ ਸਮਝਦੇ ਐ ਉਹ ਜ਼ਿੰਦਗੀ ਵਿੱਚ ਕਦੇ ਵੀ ਕੋਈ ਗਲਤ ਕੰਮ ਨਹੀਂ ਕਰਦੇ, ਕਿਉਂਕਿ ਉਹਨਾਂ ਨੂੰ ਇਹ ਹੁੰਦਾ ਹੈ ਵੀ ਜਦੋਂ ਵੀ ਅਸੀਂ ਗਲਤ ਕੰਮ ਕਰਾਂਗੇ ਪ੍ਰਮਾਤਮਾ ਸਾਨੂੰ ਦੇਖ ਰਿਹਾ ਹੈ। ਅੱਜ ਦੁਨੀਆ ਵਿੱਚ ਜਿੰਨੇ ਵੀ ਮਾੜੇ ਕਰਮ ਹੋ ਰਹੇ ਹਨ, ਜਿੰਨੇ ਵੀ ਮਾੜੇ ਕੰਮ ਦੁਨੀਆ ਵਿੱਚ ਅੱਜ ਵਰਤ ਰਹੇ ਹਨ, ਉਹ ਕੰਮ ਤਾਂ ਹੀ ਵਰਤਦੇ ਹਨ ਅੱਜ ਇਨਸਾਨ ਨੂੰ ਰੱਬ ਭੁੱਲ ਗਿਆ। ਅੱਜ ਇਨਸਾਨ ਨੂੰ ਇਹ ਲੱਗਦਾ ਹੈ ਵੀ ਪਰਮਾਤਮਾ ਮੇਰੇ ਤੋਂ ਬਹੁਤ ਦੂਰ ਬੈਠਾ ਹੈ, ਪਰਮਾਤਮਾ ਮੈਨੂੰ ਨਹੀਂ ਦੇਖਦਾ। ਪਰ ਆਪਣੇ ਮਨ ਨੂੰ ਹਮੇਸ਼ਾ ਹੀ ਇਹ ਸਮਝਾਉਂਦੇ ਰਹੋ, ਮਨਾ ਜਿਹੜੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਤੈਨੂੰ ਐਨੇ ਕੀਮਤੀ ਸਵਾਸ ਦੇ ਕੇ ਧਰਤੀ ਤੇ ਭੇਜਿਆ ਹੈ, ਉਹ ਪਰਮਾਤਮਾ ਨੇ ਤੇਰੇ ਕੋਲੋਂ ਸਵਾਸਾਂ ਦਾ ਹਿਸਾਬ ਪੁੱਛਣਾ ਹੈ ਵੀ ਸਵਾਸ ਕਿੱਥੇ ਖਰਚ ਕੇ ਆਇਆ। ਆਪ ਜੀ ਆਪਣੇ ਪੁੱਤਰ ਧੀ ਨੂੰ 2000 ਰੁਪਈਆ ਦੇ ਕੇ ਸ਼ਹਿਰ ਭੇਜੋ ਨਾ, ਤਾਂ ਤੁਸੀਂ ਆਏ ਨੂੰ ਪੁੱਛਦੇ ਹੋ ਵੀ ਪੁੱਤਰਾ 2000 ਰੁਪਈਆ ਤੈਨੂੰ ਦਿੱਤਾ ਸੀ, ਕਿੱਥੇ ਖਰਚ ਕੇ ਆਇਆ, ਦੱਸ ਹਿਸਾਬ ਦੇ। ਜਿਹੜਾ ਪਰਮਾਤਮਾ ਨੇ ਬੇਸ਼ੁਮਾਰ ਕੀਮਤੀ ਸਵਾਸ ਸਾਨੂੰ ਦਿੱਤੇ ਐ, ਜਿਨ੍ਹਾਂ ਸਵਾਸਾਂ ਦੀ ਕੋਈ ਕੀਮਤ ਹੀ ਨਹੀਂ, ਸਾਨੂੰ ਕੀ ਲੱਗਦਾ ਵੀ ਉਹ ਪਰਮਾਤਮਾ ਸਾਨੂੰ ਨਹੀਂ ਪੁੱਛੇਗਾ ਵੀ ਕਿੱਥੇ ਸਵਾਸ ਖਰਚ ਕੇ ਆਇਆ। ਜਿਹੜਾ ਮਨੁੱਖ ਇਹ ਆਪਣੇ ਹਿਰਦੇ ਵਿੱਚ ਵਸਾ ਲੇ ਵੀ ਪਰਮਾਤਮਾ ਨੇ ਮੇਰੇ ਕੋਲੋਂ ਹਿਸਾਬ ਪੁੱਛਣਾ ਹੈ, ਫਿਰ ਉਹ ਰੱਬ ਨੂੰ ਆਪਣੇ ਨੇੜੇ ਸਮਝੇਗਾ। ਤੇ ਜਿਹੜਾ ਪਰਮਾਤਮਾ ਨੂੰ ਆਪਣੇ ਨੇੜੇ ਸਮਝਦਾ ਹੈ ਉਹ ਜ਼ਿੰਦਗੀ ਵਿੱਚ ਕਦੇ ਗਲਤ ਕੰਮ ਨਹੀਂ ਕਰੇਗਾ, ਉਹ ਕਿਸੇ ਦਾ ਮਾੜਾ ਨਹੀਂ ਕਰੇਗਾ। ਉਪਾਵ ਸਿਆਣਪ ਸਗਲ ਤੇ ਰਹਿਤ, ਸਭ ਕਛ ਜਾਣੈ ਆਤਮ ਕੀ ਰਹਿਤ। ਉਪਾਵ ਸਿਆਣਪ ਸਗਲ ਤੇ ਰਹਿਤ, ਉਪਾਵ ਤੋਂ ਭਾਵ ਹੈ ਹੀਲਾ, ਰਹਿਤ ਰਹਿਣੀ। ਮਹਾਰਾਜ ਕਹਿੰਦੇ ਸਭ ਹੀਲੇ ਤੇ ਚਤੁਰਾਈਆਂ ਤੋਂ ਪ੍ਰਮਾਤਮਾ ਪਰੇ ਹੈ। ਭਾਵ ਕਿਸੇ ਵੀ ਹੀਲੇ ਚਤੁਰਾਈ ਨਾਲ ਪ੍ਰਮਾਤਮਾ ਪ੍ਰਸੰਨ ਨਹੀਂ ਹੁੰਦਾ। ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ। ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਚਤੁਰਾਈਆਂ ਨਾਲ ਪ੍ਰਮਾਤਮਾ ਨਹੀਂ ਪਾਇਆ ਜਾਣਾ, ਉਹ ਚਤੁਰਾਈ ਦੇ ਨਾਲ ਨਹੀਂ ਪਾਇਆ ਜਾਂਦਾ। ਗੱਲੀ ਜੋਗ ਨਾ ਹੋਈ, ਜਿੰਨੀਆਂ ਮਰਜ਼ੀ ਗੱਲਾਂ ਕਰੀ ਜਾਈਏ, ਗੱਲਾਂ ਦੇ ਨਾਲ ਪਰਮਾਤਮਾ ਥੋੜੀ ਪਾਇਆ ਜਾਣਾ ਹੈ। ਪਰਮਾਤਮਾ ਪਾਇਆ ਜਾਂਦਾ ਉਹਦੀ ਇਬਾਦਤ ਕਰਨ ਦੇ ਨਾਲ। ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਹਿ ਬੈਸਣ ਪਾਈਐ। ਦੁਨੀਆ ਵਿੱਚ ਭਲਾ ਕਰੋ, ਦੁਨੀਆ ਵਿੱਚ ਪਰਉਪਕਾਰ ਕਰੋ, ਫਿਰ ਪਰਮਾਤਮਾ ਤੁਹਾਡੇ ਤੇ ਪ੍ਰਸੰਨ ਹੋਏਗਾ। ਜਿੰਨੀਆਂ ਮਰਜ਼ੀ ਤੂੰ ਚਤੁਰਾਈਆਂ ਕਰੀ ਜਾ,
ਪਰ ਉਹ ਅਕਾਲ ਪੁਰਖ ਵਾਹਿਗੁਰੂ ਜੀ ਤੇਰੇ ਤੋਂ ਕਿਤੇ ਸਿਆਣਾ ਹੈ। ਉਹ ਤੇਰੇ ਦਿਲਾਂ ਦੀਆਂ ਜਾਣਨ ਵਾਲਾ ਹੈ। ਸਭ ਕੁਛ ਜਾਣੈ ਆਤਮ ਕੀ ਰਹਿਤ। ਉਹ ਹਰ ਇੱਕ ਦੇ ਆਤਮਾ ਦੀ ਗੱਲ ਜਾਣਦਾ ਹੈ। ਉਹ ਹਰ ਇੱਕ ਦੇ ਅੰਦਰ ਦੀਆਂ ਜਾਣਨ ਵਾਲਾ ਹੈ। ਜਿਸ ਪ੍ਰਭ ਜਿਸ ਭਾਵੈ ਤਿਸ ਲਈ ਲੜ ਲਾਏ। ਥਾਨ ਥਨੰਤਰ ਰਹਿਆ ਸਮਾਏ। ਮਹਾਰਾਜ ਕਹਿੰਦੇ ਜੋ ਜੀਵ ਉਸ ਨੂੰ ਭਾਉਂਦਾ ਹੈ, ਉਸ ਨੂੰ ਚੰਗਾ ਲੱਗਦਾ ਹੈ, ਪਰਮਾਤਮਾ ਉਹਨੂੰ ਆਪਣੇ ਨਾਲ ਲਾ ਲੈਂਦਾ ਹੈ, ਆਪਣੇ ਲੜ ਲਾ ਲੈਂਦਾ ਹੈ। ਜਿਸ ਭਾਵੈ ਤਿਸ ਲਏ ਲੜ ਲਾਏ। ਵਾਹਿਗੁਰੂ ਜੀ ਉਹਨੂੰ ਹੀ ਆਪਣੇ ਚਰਨਾਂ ਨਾਲ ਲਾਉਂਦੇ ਹਨ, ਉਹਨੂੰ ਹੀ ਆਪਣੇ ਗਲੇ ਨਾਲ ਲਾਉਂਦੇ ਹਨ, ਜਿਹੜਾ ਪਰਮਾਤਮਾ, ਜਿਹੜਾ ਵਾਹਿਗੁਰੂ ਜੀ ਦੇ ਮਨ ਨੂੰ ਭਾ ਜਾਏ, ਜਿਹੜਾ ਵਾਹਿਗੁਰੂ ਜੀ ਨੂੰ ਚੰਗਾ ਲੱਗਣ ਲੱਗ ਜਾਏ। ਥਾਨ ਥਨੰਤਰ ਰਹਿਆ ਸਮਾਏ। ਪਰਮਾਤਮਾ ਹਰ ਇੱਕ ਥਾਂ ਮੌਜੂਦ ਹੈ। ਜੋ ਸੇਵਕ ਜਿਸ ਕਿਰਪਾ ਕਰੀ। ਨਿਮਖ ਨਿਮਖ ਜਪ ਨਾਨਕ ਹਰੀ। ਮਹਾਰਾਜ ਕਹਿੰਦੇ ਸੋ ਸੇਵਕ, ਅਸਲ ਵਿੱਚ ਉਹੀ ਸੇਵਕ ਹੈ ਕਿਹੜਾ ਜਿਸ ਕਿਰਪਾ ਕਰੀ, ਜਿਸ ਉੱਤੇ ਪ੍ਰਮਾਤਮਾ ਨੇ ਮਿਹਰ ਕਰ ਦਿੱਤੀ, ਜਿਹਦੇ ਉੱਤੇ ਮਹਾਰਾਜ ਨੇ ਕਿਰਪਾ ਕਰ ਦਿੱਤੀ, ਉਹੀ ਮਨੁੱਖ ਪਰਮਾਤਮਾ ਦਾ ਅਸਲੀ ਸੇਵਕ ਬਣਦਾ ਹੈ। ਨਿਮਖ ਨਿਮਖ ਜਪ ਨਾਨਕ ਹਰੀ। ਤੇ ਉਹ ਗੁਰਮੁਖ ਪਿਆਰਾ ਜਿਹਦੇ ਉੱਤੇ ਪ੍ਰਮਾਤਮਾ ਮਿਹਰ ਕਰ ਦੇਵੇ, ਜਿਹਨੂੰ ਵਾਹਿਗੁਰੂ ਜੀ ਆਪਣੇ ਨਾਮ ਦੀ ਦਾਤ ਦੇ ਦੇਣ, ਮਹਾਰਾਜ ਕਹਿੰਦੇ ਐਸੇ ਗੁਰਮੁਖ ਪਿਆਰੇ ਸੰਤ ਮਹਾਤਮਾ ਪ੍ਰਮਾਤਮਾ ਨੂੰ ਹਰ ਇੱਕ ਸਵਾਸ ਦੇ ਨਾਲ ਯਾਦ ਕਰਦੇ ਹਨ। ਨਿਮਖ ਨਿਮਖ ਤੋਂ ਭਾਵ ਹੈ ਅੱਖ ਦੇ ਫਰਕਣ ਦੇ ਸਮੇਂ ਵਿੱਚ ਵੀ। ਦੇਖੋ ਕਿੰਨਾ ਸਮਾਂ ਲੱਗਦਾ ਹੈ ਅੱਖ ਫਰਕਣ ਦਾ। ਮਹਾਰਾਜ ਕਹਿੰਦੇ ਅੱਖ ਫਰਕਣ ਦੇ ਸਮੇਂ ਵਿੱਚ ਵੀ ਉਹ ਗੁਰਮੁਖ ਪਿਆਰੇ ਰੱਬ ਨੂੰ ਯਾਦ ਕਰਦੇ ਆ। ਉਹਨਾਂ ਦੀ ਅੱਠੋਂ ਪਹਿਰ ਸਮਾਧੀ ਲੱਗੀ ਰਹਿੰਦੀ ਹੈ। ਉਹ ਕੋਈ ਵੀ ਕੰਮ ਕਰਦੇ ਹੈ, ਹਰ ਇੱਕ ਕੰਮ ਕਰਦੇ ਕਰਦੇ ਪ੍ਰਮਾਤਮਾ ਦੀ ਯਾਦ ਹਿਰਦੇ 'ਚ ਵਸਾਈ ਰੱਖਦੇ ਆ। ਜਾਂ ਇਉਂ ਕਹਿ ਲਓ, ਉਹ ਕੋਈ ਵੀ ਕੰਮ ਕਰਦੇ ਐ, ਕੰਮ ਕਰਦੇ ਕਰਦੇ ਇਹ ਮਹਿਸੂਸ ਕਰਦੇ ਆ ਵੀ ਮੈਨੂੰ ਰੱਬ ਇੱਥੇ ਵੀ ਦੇਖ ਰਿਹਾ ਹੈ। ਅਸੀਂ ਆਹ ਕੰਮ ਕਰਦੇ ਆ, ਪ੍ਰਮਾਤਮਾ ਜੀ ਸਾਨੂੰ ਦੇਖ ਰਹੇ ਆ, ਕਿਤੇ ਸਾਡੇ ਕੋਲ ਗਲਤੀ ਨਾ ਹੋ ਜਾਏ, ਕਿਤੇ ਸਾਡੇ ਕੋਲ ਕਿਸੇ ਦਾ ਮਾੜਾ ਨਾ ਹੋ ਜਾਏ, ਸਾਡੇ ਕੋਲ ਠੱਗੀ ਨਾ ਹੋ ਜਾਏ। ਤੇ ਜਿਹੜੇ ਇਹੋ ਜਿਹੇ ਗੁਰਮੁਖ ਹੈ, ਮਹਾਰਾਜ ਕਹਿੰਦੇ ਉਹੀ ਰੱਬ ਦੇ ਅਸਲ ਸੇਵਕ ਹਨ। ਸੋ ਇਹ ਸਨ ਅੱਜ ਜੋ ਆਪਾਂ ਪੰਜਵੀਂ ਅਸ਼ਟਪਦੀ ਦੇ ਅਖੀਰਲੇ 4 ਪਦਿਆਂ ਦੀ ਵਿਚਾਰ ਕੀਤੀ ਹੈ। ਵਿਚਾਰ ਕਰਦੇ ਸਮੇਂ ਇੱਕ ਨਹੀਂ ਬੇਅੰਤ ਭੁੱਲਾਂ ਹੋ ਗਈਆਂ, ਅਣਜਾਣ ਬੱਚੇ ਸਮਝ ਕੇ ਮਾਫ ਕਰਿਓ ਜੀ। ਉਪਦੇਸ਼ ਸਤਿਗੁਰ ਜੀ ਦਾ ਜਾਣ ਕੇ ਆਪਣੇ ਹਿਰਦਿਆਂ 'ਚ ਵਸਾਇਓ, ਗਲਤੀਆਂ ਸਾਡੀ ਝੋਲੀ ਵਿੱਚ ਪਾ ਦਿਓ। ਗੁਰੂ ਵਾਲੇ ਬਣੋ, ਅੰਮ੍ਰਿਤ ਛਕੋ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।